ਉੱਚ ਅਧਿਕਾਰੀਆਂ ਵੱਲੋਂ ਮੈਨੂੰ ਫੋਨ ਆਇਆ। ਮੈਂ ਤਾਂ ਬਿਲਕੁਲ ਕੋਲੇ ਪਹੁੰਚ ਚੁੱਕਿਆ ਸੀਗਾ ਅੰਬ ਸਾਹਿਬ ਗੁਰਦੁਆਰੇ ਦੇ। ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸ ਦੀ ਰਿਪੋਰਟ ਹੈ, ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ, ਕੋਈ ਖਰਾਬੀ ਹੋ ਸਕਦੀ ਹੈ। ਇਸ ਮੰਗ ਪੱਤਰ ਤੇ ਕੋਈ ਕਾਰਵਾਈ ਨਾ ਕੀਤੀ ਗਈ, ਫਿਰ ਸਾਡੀ ਜਿਹੜੀ ਅਗਲੀ ਰਣਨੀਤੀ ਸੰਯੁਕਤ ਮੋਰਚੇ ਦੀ ਹੋਊਗੀ, ਅਸੀਂ ਉਹਦੇ ਅਕੋਰਡਿੰਗ ਕੰਮ ਕਰਾਂਗੇ। ਇਸ ਅੱਜ ਦੀ ਇਸ ਸਰਗਰਮੀ ਨਾਲ ਦੇਖੋ ਕਿੱਡੇ ਵੱਡੇ ਪੱਧਰ ਤੇ ਹਰਿਆਣੇ 'ਚ ਇਕੱਠ ਹੈ, ਪੰਜਾਬ 'ਚ ਇਕੱਠ ਹੈ। ਲਹਿਰ ਨੂੰ ਬਹੁਤ ਮਜ਼ਬੂਤ ਬਲ ਮਿਲਣਾ ਹੈ। ਕਦੇ ਪਹਿਲਾਂ ਡੌਂਫਰਾਂ ਨੇ ਰੋਕਿਆ, ਸ਼ੰਭੂ ਬਾਰਡਰ ਤੋਂ ਗਏ ਆ, ਦਿੱਲੀ ਕਿੱਲਾਂ ਲਾਤੀਆਂ ਸੀ, ਸੀਮੈਂਟ ਦਾ ਵੱਡੇ ਵੱਡੇ ਸਾਡੇ ਆਲੇ ਦੁਆਲੇ ਕੰਧਾਂ ਕਰਤੀਆਂ ਸੀ, ਫਿਰ ਪੱਟਣਾ ਪੈ ਗਿਆ ਨਾ ਪ੍ਰਸ਼ਾਸਨ ਨੂੰ। ਜਿੱਦਣ ਤੋੜਨੇ ਪਏ ਤਾਂ ਉਦੋਂ ਫਿਰ ਡੌਂਫਲ ਸਾਡੇ ਮੂਹਰੇ, ਕਿਸਾਨ ਨਹੀਂ ਸ਼ਕਤੀ ਦੇ ਮੂਹਰੇ ਇਹ ਕੁਝ ਵੀ ਨਹੀਂ ਹੈਗਾ। ਤਾਂ ਨੌਜਵਾਨੀ 'ਚ ਇੰਨੀ ਤਾਕਤ ਤਾਂ ਹੈਗੀ ਆ, ਇਹ ਸਾਡੀ ਚੀਜ਼ਾਂ ਸਾਡੇ ਮੂਹਰੇ ਟਿਕ ਨਹੀਂ ਸਕਣਗੀਆਂ। ਅੰਡਾਨੀਆਂ ਅੰਬਾਨੀਆਂ ਦਾ ਕਾਰੋਬਾਰ ਆ, ਉਹ ਜਿਹੜਾ ਸਾਨੂੰ ਦੇ ਦੇਵੇ, ਸਾਤੋਂ ਸਾਡੀਆਂ ਜ਼ਮੀਨਾਂ ਉਹ ਲੈ ਲੈਣ। ਜੇ ਡੀਲ ਕਰਨੀ ਹੈ ਇਸ ਲੈਵਲ ਤੇ ਕਰਨ, ਨਹੀਂ ਕਿਸਾਨ ਨੂੰ ਆਪਣੇ ਹਾਲ ਤੇ ਛੱਡ ਦੇਣ। ਕਿਸਾਨੀ ਚੋਂ ਸਾਨੂੰ ਲੱਖਾਂ ਰੁਪਈਆ ਨਹੀਂ ਬਚਦਾ। ਸਾਡਾ ਤੋਰੀ ਫੁਲਕਾ ਚੱਲਦਾ, ਤੋਰੀ ਫੁਲਕਾ ਚੱਲਦਾ ਵੀ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਆ ਤਾਂ ਉਹਦਾ ਵਿਰੋਧ ਬਿਲਕੁਲ ਹੋਊਗਾ। ਰੱਦ ਕਰਾਉਣਾ ਹੈ, ਰੱਦ ਕਰਾ ਕੇ ਮੁੜਾਂਗੇ, ਚਾਹੇ ਹੋਰ ਸਾਲ ਹੋਰ ਲੱਗ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ। ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ ਜਾਣਾ ਸੀ ਔਰ ਰੋਕਿਆ ਗਿਆ ਉਹਨਾਂ ਨੂੰ, ਕਿਉਂਕਿ ਗਵਰਨਰ ਹਾਊਸ ਉਹਨਾਂ ਨੇ ਜਾਣਾ ਸੀ। ਜਸ ਬਾਜਵਾ ਪਹੁੰਚੇ ਨੇ, ਗੱਲਬਾਤ ਕਰਦੇ ਆ ਜਸ ਬਾਜਵਾ ਨੂੰ। ਇਹ ਕਿਹਾ ਜਾ ਰਿਹਾ ਹੈ ਕਿ ਮੋਹਾਲੀ ਪ੍ਰਸ਼ਾਸਨ ਨੇ ਰੋਕ ਦਿੱਤਾ ਕਿ ਤੁਸੀਂ ਮੋਹਾਲੀ ਪ੍ਰੋਟੈਸਟ ਦੇ ਵਿੱਚ ਹਿੱਸਾ ਨਹੀਂ ਲੈਣਾ। ਜਸ ਸਾਡੇ ਨਾਲ ਨੇ। ਜਸ, ਮੋਹਾਲੀ ਨਹੀਂ ਗਏ ਤੁਸੀਂ, ਹਰਿਆਣਾ ਪਹੁੰਚ ਗਏ ਹੋ, ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ? ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮੈਨੂੰ ਫੋਨ ਆਇਆ। ਮੈਂ ਤਾਂ ਬਿਲਕੁਲ ਕੋਲੇ ਪਹੁੰਚ ਚੁੱਕਿਆ ਸੀਗਾ ਅੰਬ ਸਾਹਿਬ ਗੁਰਦੁਆਰੇ ਦੇ। ਉਹਨਾਂ ਨੇ ਕਿਹਾ ਕਿ ਇੰਟੈਲੀਜੈਂਸ ਦੀ ਰਿਪੋਰਟ ਹੈ, ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ, ਕੋਈ ਖਰਾਬੀ ਹੋ ਸਕਦੀ ਹੈ। ਸੋ ਪ੍ਰਸ਼ਾਸਨ ਦੀ, ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ, ਸਾਡੇ ਲਈ ਪ੍ਰਸ਼ਾਸਨ ਕੰਮ ਕਰਦਾ, ਉਹਨਾਂ ਦੀ ਗੱਲ ਮੰਨਦੇ ਹੋਏ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਹਰਿਆਣੇ ਜਾ ਸਕਦਾ। ਉਹ ਕਹਿੰਦੇ ਤੁਸੀਂ ਹਰਿਆਣੇ ਜਾ ਸਕਦੇ ਹੋ। ਤਾਂ ਮੈਂ ਫਿਰ ਦੇਖੋ ਗੱਲ ਤਾਂ ਕਿਸਾਨੀ ਦੀ ਕਰਨੀ ਸੀ, ਚਾਹੇ ਪੰਜਾਬ ਤੋਂ ਚਾਹੇ ਹਰਿਆਣੇ ਤੋਂ। ਮੈਂ ਹਰਿਆਣੇ ਵੱਲੋਂ ਆ ਕੇ ਇੱਧਰ ਗਵਰਨਰ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼। ਕੀ ਹੋ ਸਕਦੀ ਹੈ, ਕੀ ਕਸ਼ਾ ਜਤਾਇਆ ਉਹਨਾਂ ਨੇ ਸੀਆਈਡੀ ਨੇ ਜਾਂ ਇੰਟੈਲੀਜੈਂਸ? ਜਵਾਬ ਨਹੀਂ ਦਿੱਤਾ ਉਹਨਾਂ ਬਾਰੇ, ਉਹਨਾਂ ਨੂੰ ਪਤਾ, ਬਟ ਮੈਂ ਉਹਨਾਂ ਦੀ ਗੱਲ ਮੰਨਦਾ ਹੋਇਆ ਅੰਬ ਸਾਹਿਬ ਨਹੀਂ ਗਿਆ ਤੇ ਮੈਂ ਮੋਹਾਲੀ। ਕਿਸ ਦਾ ਕਾਲ ਆਇਆ ਸੀ, ਕੋਈ ਸੀਨੀਅਰ ਲੈਵਲ ਤੇ ਜਾਂ ਸੀਨੀਅਰ ਜ਼ਿਲ੍ਹੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦਾ ਫੋਨ ਆਇਆ ਸੀ, ਜ਼ਿਲ੍ਹੇ ਦੇ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ। ਔਰ ਕੀ ਹੈ, ਕਹਿੰਦੇ ਕਿ ਚੰਡੀਗੜ੍ਹ ਨਹੀਂ ਜਾਣ ਦਿਆਂਗੇ, ਕਹਿੰਦੇ ਕਿ ਚੰਡੀਗੜ੍ਹ ਨਹੀਂ ਜਾਣ ਦਿਆਂਗੇ। ਅੱਜ ਸਾਡੀ ਇਹ ਕਾਲ ਸੰਯੁਕਤ ਮੋਰਚੇ ਨੇ ਵੀ ਹੁਣੇ ਅਨਾਉਂਸ ਕੀਤਾ ਕਿ ਅਸੀਂ ਬੈਰੀਕੇਡਿੰਗ ਤੋੜਨੀ ਨਹੀਂ ਹੈਗੀ, ਅਸੀਂ ਆਪਣਾ ਮੰਗ ਪੱਤਰ ਦੇ ਕੇ ਗਵਰਨਰ ਸਾਹਿਬ ਨੂੰ ਵਾਪਸ ਮੁੜ ਜਾਾਂਗੇ। ਬਾਈ ਚਾਂਸ ਇਸ ਮੰਗ ਪੱਤਰ ਤੇ ਕੋਈ ਕਾਰਵਾਈ ਨਾ ਕੀਤੀ ਗਈ, ਫਿਰ ਸਾਡੀ ਜਿਹੜੀ ਅਗਲੀ ਰਣਨੀਤੀ ਸੰਯੁਕਤ ਮੋਰਚੇ ਦੀ ਹੋਊਗੀ, ਅਸੀਂ ਉਹਦੇ ਅਕੋਰਡਿੰਗ ਕੰਮ ਕਰਾਂਗੇ। ਪਰ ਅੱਜ ਦਾ ਸਾਡਾ ਪ੍ਰੋਟੈਸਟ ਬਿਲਕੁਲ ਲਾਸਟ ਬੈਰੀਕੇਡਿੰਗ ਤੱਕ ਆ ਕੇ ਰੁਕਣਾ ਹੀ ਸੀ। ਸਾਡੇ ਸੀਨੀਅਰ ਅਧਿਕਾਰੀ ਜਾਣਗੇ, ਮੰਗ ਪੱਤਰ ਦੇ ਕੇ ਅੱਗੇ ਆ ਜਾਣਗੇ। ਪਰ ਇਸ ਅੱਜ ਦੀ ਇਸ ਸਰਗਰਮੀ ਨਾਲ ਦੇਖੋ ਕਿੱਡੇ ਵੱਡੇ ਪੱਧਰ ਤੇ ਹਰਿਆਣੇ 'ਚ ਇਕੱਠ ਹੈ, ਪੰਜਾਬ 'ਚ ਇਕੱਠ ਹੈ। ਲਹਿਰ ਨੂੰ ਬਹੁਤ ਮਜ਼ਬੂਤ ਬਲ ਮਿਲਣਾ ਹੈ। ਜਿਹੜੀ ਪਿਛਲੇ 3-4 ਮਹੀਨਿਆਂ ਤੋਂ ਥੋੜਾ ਜਿਹਾ ਕਰੋਨਾ ਕਰਕੇ ਜਾਂ ਖੇਤੀਬਾੜੀ 'ਚ ਬਿਜ਼ੀ ਹੋਣ ਕਰਕੇ, ਝੋਨੇ ਕਰਕੇ ਥੋੜਾ ਜਿਹਾ ਲੋਕ ਵਿਅਸਤ ਸੀ, ਉਹ ਦੁਬਾਰੇ ਸਾਡੀ ਲਹਿਰ ਨਾਲ ਜੁੜਨਾ ਸ਼ੁਰੂ ਕਰ ਚੁੱਕੇ ਨੇ। ਤੇ ਆਉਣ ਵਾਲੇ ਦਿਨਾਂ 'ਚ ਇਹਦਾ ਅਸਰ ਜਿਹੜਾ ਦਿੱਲੀ ਬਹੁਤ ਵੱਡੇ ਪੱਧਰ ਤੇ ਦਿਖੂਗਾ। ਵੱਡੇ ਵੱਡੇ ਡੰਫਰ ਵੀ ਲਾ ਦਿੱਤੇ ਗਏ, ਵੱਡੇ ਵੱਡੇ ਡੰਫਰ ਲਾ ਕੇ ਕਹਿੰਦੇ ਕਿ ਜਾਣ ਨਹੀਂ ਦੇਣਾ ਸੀ, ਪਰ ਤੁਸੀਂ ਕਹਿ ਰਹੇ ਹੋ ਕਿ ਕਦੇ ਪਹਿਲਾਂ ਡੌਂਫਰਾਂ ਨੇ ਰੋਕਿਆ, ਸ਼ੰਭੂ ਬਾਰਡਰ ਤੋਂ ਗਏ ਆ, ਦਿੱਲੀ ਕਿੱਲਾਂ ਲਾਤੀਆਂ ਸੀ, ਸੀਮੈਂਟ ਦਾ ਵੱਡੇ ਵੱਡੇ ਸਾਡੇ ਆਲੇ ਦੁਆਲੇ ਕੰਧਾਂ ਕਰਤੀਆਂ ਸੀ, ਫਿਰ ਪੱਟਣਾ ਪੈ ਗਿਆ ਨਾ ਪ੍ਰਸ਼ਾਸਨ ਨੂੰ। ਇਹ ਡੌਂਫਰ ਕੋਈ ਮੁੱਦਾ ਨਹੀਂ ਹੈਗਾ। ਜਿੰਨੀ ਵੱਡੀ ਗਿਣਤੀ 'ਚ ਕਿਸਾਨ ਭਾਈਚਾਰਾ ਇੱਥੇ ਪਹੁੰਚਿਆ, ਇਹ ਸਾਡੇ ਲਈ ਤਾਂ ਬਹੁਤ ਛੋਟੀਆਂ ਗੱਲਾਂ ਨੇ। ਇਹ ਬਹੁਤ ਵਾਰੀ ਅਸੀਂ ਸਾਬਤ ਕਰ ਚੁੱਕੇ ਹਾਂ। ਪਰ ਅੱਜ ਸਾਡਾ ਮੋਟਿਵ ਹੈ ਨਹੀਂ, ਅੱਜ ਸਾਡਾ ਮੋਟਿਵ ਬੈਰੀਗੇਡ ਤੋੜਨਾ ਹੈ ਨਹੀਂ, ਤੇ ਅਸੀਂ ਨਹੀਂ ਤੋੜਾਂਗੇ। ਜਿੱਦਣ ਤੋੜਨੇ ਪਏ ਤਾਂ ਉਦੋਂ ਫਿਰ ਡੌਂਫਲ ਸਾਡੇ ਮੂਹਰੇ, ਕਿਸਾਨ ਨਹੀਂ ਸ਼ਕਤੀ ਦੇ ਮੂਹਰੇ ਇਹ ਕੁਝ ਵੀ ਨਹੀਂ ਹੈਗਾ ਜੀ। ਜੋ ਦਿੱਲੀ ਜਾ ਰਹੇ ਸੀ ਤਾਂ ਉਹ ਤਸਵੀਰਾਂ ਵੀ ਦੇਖੀਆਂ ਕਿ ਬੈਰੀਕੇਡ ਸੰਗਲਾਂ ਨਾਲ ਪਾ ਕੇ ਟਰੈਕਟਰਾਂ ਦੇ ਇਸ ਜਿਹੜਾ ਬਲ ਹੈ ਕਿਸਾਨਾਂ ਦਾ, ਉਸ ਬਲ ਨੇ ਹੀ ਉਹ ਬੈਰੀਕੇਡਿੰਗ ਪੱਟੀ, ਚਾਹੇ ਉਹ ਦਿੱਲੀ ਦੀ ਹੋਵੇ, ਚਾਹੇ ਉਹ ਸ਼ੰਭੂ ਮਾਰਚ ਦੀ ਹੋਵੇ, ਖਨੌਰੀ ਬਾਰਡਰ ਦੀ ਹੋਵੇ। ਇਹ ਸਾਡੇ ਲਈ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਪਰ ਅਸੀਂ ਪ੍ਰਸ਼ਾਸਨ ਦੇ ਅੰਡਰ ਰਹਿ ਕੇ ਕੰਮ ਕਰਨਾ ਚਾਹੁੰਦੇ ਹਾਂ। ਕੋਈ ਇਹ ਸਾਡਾ ਮੁੱਦਾ ਨਹੀਂ ਕਿ ਅਸੀਂ ਬੈਰੀਕੇਡਿੰਗ ਪੱਟਣ ਆਏ ਹਾਂ। ਬੈਰੀਕੇਡਿੰਗ ਹਰਿਆਣੇ ਵਾਲਿਆਂ ਨੇ ਕਿਤੇ ਘੱਟ ਬੈਰੀਕੇਡਿੰਗ ਪੱਟੀ ਆ, ਪੰਜਾਬ ਵਾਲੇ ਤਾਂ ਚਲੋ ਨਹੀਂ ਪੱਟੀ, ਪਰ ਹਰਿਆਣੇ ਵਾਲਿਆਂ ਨੇ ਤਾਂ ਬਹੁਤ ਵੱਡੇ ਪੱਧਰ ਤੇ ਪੱਟੀ ਹੈ ਲਗਾਤਾਰ, ਕਿਉਂਕਿ ਬੀਜੇਪੀ ਦੀ ਗਵਰਨਮੈਂਟ ਹੈ, ਵਿਰੋਧ ਕਰਦੇ ਆ। ਪਰ ਜਦੋਂ ਪੱਟਣੀ ਪੈ ਗਈ ਤਾਂ ਨੌਜਵਾਨੀ 'ਚ ਇੰਨੀ ਤਾਕਤ ਤਾਂ ਹੈਗੀ ਆ, ਇਹ ਸਾਡੀ ਚੀਜ਼ਾਂ ਸਾਡੇ ਮੂਹਰੇ ਟਿਕ ਨਹੀਂ ਸਕਣਗੀਆਂ। ਪਰ ਸਾਡਾ ਕੋਈ ਮੁੱਦਾ ਨਹੀਂ, ਸਾਡੀ ਗੱਲ ਮੰਨ ਲੈਣ ਤਾਂ ਅਸੀਂ ਆਪਦੇ ਘਰ ਨੂੰ ਜਾਈਏ। 3 ਕਾਲੇ ਕਾਨੂੰਨ ਰੱਦ ਕਰੋ, ਆਪਦੇ ਕੰਮੀ ਕਾਰੀ ਲੱਗੀਏ। ਕਿਉਂ ਇੰਨਾ 7 ਮਹੀਨਾ 550 ਤੋਂ ਉੱਤੇ ਸ਼ਹਾਦਤਾਂ, ਸਿਰਾਂ 'ਚ ਡਾਂਗਾਂ, ਕਿੱਡੀਆਂ ਕੁਰਬਾਨੀਆਂ ਨੇ ਇਸ ਧਰਨੇ ਨੂੰ ਲੈ ਕੇ। ਸਾਡੇ ਕੋਲੇ ਖੇਤੀ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ। ਜਾਂ ਤਾਂ ਗਵਰਨਮੈਂਟ ਇਹ ਕਹਿ ਦੇਵੇ ਅਡਾਨੀਆਂ ਅੰਬਾਨੀਆਂ ਉਹਨਾਂ ਨੇ ਸਾਡੀਆਂ ਜ਼ਮੀਨਾਂ ਦੇਣੀਆਂ ਨੇ, ਇੱਕ ਡੀਲ ਬਣਾ ਲਵੇ। ਅੰਡਾਨੀਆਂ ਅੰਬਾਨੀਆਂ ਦਾ ਕਾਰੋਬਾਰ ਆ, ਉਹ ਜਿਹੜਾ ਸਾਨੂੰ ਦੇ ਦੇਵੇ, ਸਾਤੋਂ ਸਾਡੀਆਂ ਜ਼ਮੀਨਾਂ ਉਹ ਲੈ ਲੈਣ। ਰਿਲਾਇੰਸ ਸਾਨੂੰ ਦੇ ਦੇਵੇ, ਅਡਾਨੀ ਸਾਰਾ ਸਿਸਟਮ ਆਪਦਾ ਸਾਨੂੰ ਦੇ ਦੇਵੇ, ਅਸੀਂ ਚਲਾ ਲਾਂਗੇ, ਜ਼ਮੀਨਾਂ ਉਹ ਲੈ ਲੈਣ। ਜੇ ਡੀਲ ਕਰਨੀ ਹੈ ਇਸ ਲੈਵਲ ਤੇ ਕਰਨ, ਨਹੀਂ ਕਿਸਾਨ ਨੂੰ ਆਪਣੇ ਹਾਲ ਤੇ ਛੱਡ ਦੇਣ। ਕਿਸਾਨੀ ਚੋਂ ਸਾਨੂੰ ਲੱਖਾਂ ਰੁਪਈਆ ਨਹੀਂ ਬਚਦਾ। ਸਾਡਾ ਤੋਰੀ ਫੁਲਕਾ ਚੱਲਦਾ, ਤੋਰੀ ਫੁਲਕਾ ਚੱਲਦਾ ਵੀ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਆ ਤਾਂ ਉਹਦਾ ਵਿਰੋਧ ਬਿਲਕੁਲ ਹੋਊਗਾ ਤੇ ਅਸੀਂ ਕਰਦੇ ਰਵਾਂਗੇ ਅਖੀਰਲੇ ਦਮ। ਲੰਬਾ ਸਮਾਂ ਹੋ ਗਿਆ ਸਰਕਾਰ ਨਾਲ ਗੱਲਬਾਤ ਨਹੀਂ। ਸਰਕਾਰ ਇਸੇ ਗੱਲ ਤੇ ਹੈ ਕਿ ਜੇ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋਣਗੇ, ਤੁਸੀਂ ਗੱਲਬਾਤ ਕਰਨੀ ਹੈ। ਜੇ
ਜੇ ਇਹਦੇ ਵਿੱਚ ਅਮੈਂਡਮੈਂਟ ਕਰਾਉਣੀ ਤਾਂ ਕਰਾ ਲਓ। ਰੱਦ ਕਰਾਉਣਾ ਹੈ, ਰੱਦ ਕਰਾ ਕੇ ਮੁੜਾਂਗੇ, ਚਾਹੇ ਹੋਰ ਸਾਲ ਹੋਰ ਲੱਗ ਜਾਵੇ, ਅਸੀਂ ਪਿੱਛੇ ਨਹੀਂ ਹਟਾਂਗੇ। 7 ਮਹੀਨੇ ਸਾਨੂੰ ਆਲਰੇਡੀ ਹੋ ਚੁੱਕੇ ਨੇ। ਜਸ ਬਾਜਵਾ ਕਹਿੰਦੇ ਕਿ ਜਸ ਬਾਜਵਾ ਹੁਣੀ ਕਹਿ ਰਹੇ ਨੇ ਕਿ ਉਹਨਾਂ ਨੂੰ ਕਾਲ ਆਈ ਸੀ, ਸ਼ਾਇਦ ਪੁਲਿਸ ਦੇ ਕਿਸੇ ਸੀਨੀਅਰ ਅਧਿਕਾਰੀ ਦੀ ਕਾਲ ਆਈ ਸੀ ਉਹਨਾਂ ਨੂੰ ਕਿ ਤੁਸੀਂ ਮੋਹਾਲੀ ਨਹੀਂ ਆਉਣਾ, ਕੋਈ ਖਤਰਾ ਹੋ ਸਕਦਾ। ਇਹ ਗੱਲ ਉਹਨਾਂ ਵੱਲੋਂ ਕਹੀ ਕਿ ਕੋਈ ਗੜਬੜੀ ਹੋ ਸਕਦੀ ਹੈ, ਇਸ ਕਰਕੇ ਜਸ ਬਾਜਵਾ ਹਰਿਆਣੇ ਦੇ ਕਿਸਾਨਾਂ ਦੇ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਸੀ ਤੇ ਇਹੋ ਗੱਲ ਕਹੀ ਹੈ ਉਹਨਾਂ ਨੇ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ ਉਦੋਂ ਤੱਕ ਅਸੀਂ ਇਹ ਪ੍ਰੋਟੈਸਟ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ।